ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੁਸਮ ਬਾਟਿਕਾ ਬਨੀ ਸੁਹਾਈ, ਭੌਰ ਗੁੰਜਾਰ ਜਿਨਹਿ ਪਰ ਲਾਈ। ਕੁਸਮ ਬਾਟਿਕਾ ਬਨੀ ਸੁਹਾਈ, ਭੌਰ ਗੁੰਜਾਰ ਜਿਨਹਿ ਪਰ ਲਾਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮੰਨੈ ਗੁਰ ਸਿੱਖ, ਆਗਿਆ ਤਾਏ ਸਗਲ ਸੰਸਾਰ ਹੈ ਤਾਵੇ। ਸਤਿਗੁਰ ਸੇਵਾ ਪਾਏ ਪੂਜ ਕਰੇ ਗੁਰ ਸਿੱਖ, ਸਰਬ ਨਿਧਾਨ ਅਗਰ ਲੈ ਬਲਾਵੇ। ਸਤਿਗੁਰ ਸਿੱਖਿਆ ਦਿਖਿਆ ਹਿਰਦੈ ਪ੍ਰਵੇਸ਼ ਜਾਏ, ਤਾਕਿ ਸੀਖ ਸੁਨਤ ਪਰਮ ਪਦ ਪਾਵੇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨਿਮੀ ਪ੍ਰੇਮੀ ਦੂਰੋਂ ਨੇੜੇ ਚਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਜੈ ਸਵਾਗਤ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਰਵਾਗੰਤਰਜਾਮੀ ਸਤਿਗੁਰਾਂ ਨੇ ਜਿਹੜਾ ਸੀ ਧਰੋ ਭਗਤ ਦਾ ਸਾਰਾ ਪਾਵਨ ਇਤਿਹਾਸ ਬੜੇ ਵਿਸਤਾਰ ਦੇ ਸਹਿਤ ਸੁਣਾਇਆ ਵੀ ਜਿਵੇਂ ਜਿਵੇਂ ਨੇ ਬਾਲਕ ਅਵਸਥਾ ਦੇ ਵਿੱਚ ਇਹੋ ਜਿਹੀ ਵਿਸ਼ਨੂੰ ਭਗਵਾਨ ਦੀ ਪ੍ਰੇਮਾ ਭਗਤੀ ਕੀਤੀ ਔਰ ਵਿਸ਼ਨੂੰ ਜੀ ਦੇ ਚਰਨਾਂ 'ਚੋਂ ਬੜੇ ਵਰਦਾਨ ਵੀ ਪ੍ਰਾਪਤ ਹੋਏ ਧਰੋ ਭਗਤ ਜੀ ਨੂੰ। ਪਰ ਪਹਿਲਾਂ ਤਾਂ ਇਹਨੇ ਰਾਜ ਭਾਗ ਪ੍ਰਾਪਤ ਕਰਨ ਦੀ ਇੱਛਾ ਹੀ ਮਨ ਦੇ ਵਿੱਚ ਧਾਰਨ ਕੀਤੀ ਹੋਈ ਸੀ। ਜਿਵੇਂ ਭਵਿੱਖਣ ਨੇ ਪਹਿਲਾਂ ਸੋਚਿਆ ਆਪਣੇ ਮਨ ਦੇ ਵਿੱਚ ਵੀ ਜੇ ਮੇਰੇ ਭਰਾ ਰਾਵਣ ਮਰੇ ਤੋਂ ਬਾਅਦ ਕਿਤੇ ਭਗਵਾਨ ਰਾਮਚੰਦਰ ਜੀ ਮੈਨੂੰ ਆ ਲੰਕਾ ਦਾ ਰਾਜ ਭਾਗ ਬਖਸ਼ ਦੇਣ, ਬੜੀ ਉਹਨਾਂ ਦੀ ਕਿਰਪਾ ਹੋ ਜਾਣੀ ਹੈ। ਜਦੋਂ ਆਏ ਭਵਿੱਖਣ ਸੀ ਦਰਸ਼ਨ ਕਰਨ ਵਾਸਤੇ ਪਹਿਲਾਂ ਹੀ ਤਰੇਤਾ ਤਾਂ ਮਾਣਿਓ ਰਾਮ ਰਘਵੰਸ਼ ਕਾਇਓ ਕਹਿਣ ਲੱਗੇ। ਭਗਵਾਨ ਰਾਮਚੰਦਰ ਜੀ ਔਲੰਕੇਸ਼ ਸੁਣ ਕਰਕੇ ਭੀਖਾ ਜੀ ਕਹਿਣ ਲੱਗੇ ਮਹਾਰਾਜ ਆ ਜਿਹੜੀ ਦੁਨਿਆਵੀ ਰਾਜ ਭਾਗ ਦੀ ਇੱਛਾ ਤਾਂ
ਮੇਰੇ ਮਨ ਦੇ ਵਿੱਚ ਹੋ ਗਈ ਖਤਮ। ਹੁਣ ਤਾਂ ਬਸ ਆਪਣੇ ਚਰਨਾਂ ਦਾ ਹੀ ਆਨੰਦ ਬਖਸ਼ੋ। ਭਗਵਾਨ ਰਾਮਚੰਦਰ ਜੀ ਕਹਿਣ ਲੱਗੇ ਵੀ ਜੋਤਾਂ ਮਨ ਦੇ ਵਿੱਚ ਫੁਰਨਾ ਧਾਰਨ ਕੀਤਾ ਨਾ, ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰਦਰ ਸਾਇਆ ਜੀਓ। ਵੀ ਸਾਡਾ ਤਾਂ ਬਿਰਧ ਹੀ ਹੈ, ਸੁਭਾਅ ਹੈ। ਜਗਿਆਸੂਆਂ ਦੇ ਮਨ ਦੀ ਇੱਛਾ ਮਨਸਾ ਪੂਰੀ ਕਰਨੀ। ਭੀਖਣ ਜੀ ਕਹਿਣ ਲੱਗੇ ਮਹਾਰਾਜ ਬਚਨ ਤਾਂ ਆਪ ਦੇ ਵੈਸੇ ਠੀਕ ਨੇ, ਪਰ ਹੁਣ ਜਦੋਂ ਆਪ ਦਾ ਦੀਦਾਰ ਹੋ ਗਿਆ, ਆ ਦੁਨਿਆਵੀ ਰਾਜ ਭਾਗਾਂ ਦੀ ਤਾਂ ਮਨ ਦੇ ਵਿੱਚੋਂ ਇਹ ਤਮੰਨਾ ਹੀ ਮੇਰੇ ਖਤਮ ਹੋ ਗਈ। ਕਹਿ ਲਗੇ ਕੋਈ ਗੱਲ ਨਹੀਂ, ਤਾਂ ਰਾਜ ਭਾਗ ਤੈਨੂੰ ਭੋਗਣਾ ਹੀ ਪਏਗਾ, ਔਰ ਜਿਹੜਾ ਤੂੰ ਇਹੋ ਜਿਹਾ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਸਮਾਂ ਪਾ ਕੇ, ਉਹ ਵੀ ਤੈਨੂੰ ਮਿਲ ਜਾਣਾ। ਐਸੀ ਤਰੋ ਭਗਤ ਦੇ ਮਨ ਦੇ ਵਿੱਚ ਰਾਜ ਭਾਗ ਪ੍ਰਾਪਤ ਕਰਨ ਦੀ ਜਦੋਂ ਤਮੰਨਾ ਪੈਦਾ ਹੋਈ, ਜਾ ਕੇ ਰੋਈਆਂ ਬਿਆਵਾਨਾਂ 'ਚ ਬਹਿ ਗਿਆ। ਚੌਂਕੜਾ ਮਾਰ ਕੇ 5 ਮਹੀਨਿਆਂ ਦੇ ਅੰਦਰ ਅੰਦਰ ਇਹਨੇ ਇਹੋ ਜਿਹਾ ਹੱਠ ਹਿਰਦੇ ਦੇ ਵਿੱਚ ਧਾਰਨ ਕੀਤਾ ਵੀ ਵਿਸ਼ਨੂੰ ਭਗਵਾਨ ਜੀ ਇਹਦੀ ਤਪੱਸਿਆ ਤੇ ਹੋ ਕਰਕੇ ਪ੍ਰਸੰਨ ਆਪ ਹੀ ਦ੍ਰੋਪਦੀ ਦੇ ਪਾਸ ਪਹੁੰਚ ਗਏ ਸਨ। ਪਰ ਜਦੋਂ ਇਹ ਸਾਰੀ ਵਾਰਤਾ ਭਾਈ ਬਾਲਾ ਔਰ ਮਰਦਾਨਾ ਜੀ ਨੇ ਸੁਣੀ, ਕਹਿਣ ਲੱਗੇ ਮਹਾਰਾਜ ਇਹੋ ਜਿਹੇ ਰੱਬ ਦੇ ਪਿਆਰੇ ਦੇ ਸਾਨੂੰ ਦਰਸ਼ਨ ਵੀ ਕਰਵਾ ਦਿਓ। ਆਪਾਂ ਉਹਦੀ ਪੁਰੀ ਦੇ ਤਾਂ ਨੇੜੇ ਹੀ ਪਹੁੰਚੇ ਹੋਏ ਆ। ਸਤਿਗੁਰੂ ਜੀ ਕਹਿਣ ਲੱਗੇ ਚਲੋ ਆਪਾਂ ਉਹਦੀ ਪੁਰੀ ਦੇ ਵਿੱਚ ਹੁਣ ਪਹੁੰਚ ਹੀ ਜਾਣਾ। ਥੋੜ੍ਹੇ ਟਾਈਮ ਦੇ ਅੰਦਰ ਅੰਦਰ ਜਦੋਂ ਧਰੋ ਭਗਤ ਨੇ ਕੀਤਾ ਦਰਸ਼ਨ, ਦੀਨ ਰੁਦੀਆਂ ਦੇ ਮਾਲਕ ਸਤਿਗੁਰੂ ਜੀ ਦਾ ਹੈਰਾਨ ਹੋ ਗਿਆ। ਸੋਚਿਆ ਵੀ ਇਹ ਖੇਚਰ ਭੂਸਰ ਜਿਹੜੇ ਮਾਤਲੋ ਦੀ ਧਰਤੀ ਦੇ ਉੱਪਰ ਵਿਚਰਨ ਵਾਲੇ ਪ੍ਰਾਣੀ, ਇਹ ਇਤਨੀ ਦੌਰ ਆ ਪਹਾੜਾਂ ਦਾ ਬੇਖਮ ਮਾਰਗ ਤੈਅ ਕਰਦਿਆਂ ਮੇਰੇ ਪਾਸ ਕਿਵੇਂ ਆ ਗਏ। ਅੱਜ ਤੱਕ ਤਾਂ ਕਦੇ ਵਾਰਤਾ ਮੈਂ ਨਾ ਸੁਣੀ ਆ, ਨਾ ਕਦੇ ਅੱਖਾਂ ਦੇ ਨਾਲ ਦੇਖੀ ਹੈ। ਉਸ ਸਮੇਂ ਪੁੱਛਣ ਲੱਗਿਆ ਵੀ ਆਪ ਕੌਣ ਹੋ, ਇੱਥੋਂ ਫਿਰ ਅੱਗੇ ਕਿੱਥੇ ਨੂੰ ਜਾਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਆਪਣਾ ਜਿਹੜਾ ਨਾਨਕ ਨਾਮ ਜਪੇਗਤ ਪਾਈ, ਜਦੋਂ ਆਪਣਾ ਸ਼ੁਭ ਨਾਮ ਗੁਰੂ ਬਾਬਾ ਜੀ ਨੇ ਸੁਣਾਇਆ ਨਾ, ਧਰੋ ਭਗਤ ਨੂੰ ਹੈਰਾਨ ਹੋ ਗਿਆ। ਉਸੇ ਸਮੇਂ ਸਮਝ ਗਿਆ ਵੀ ਇਸ ਅਗੰਮੀ ਵਾਰਤਾ ਦਾ ਮੈਨੂੰ ਪਹਿਲਾਂ ਹੀ ਆਪਣੇ ਮਨ ਦੇ ਅੰਦਰ ਅਨੁਭਵ ਹੋ ਚੁੱਕਿਆ ਸੀ ਵੀ ਨਿਰੰਕਾਰ ਨੇ ਜੀਵਾਂ ਦੀ ਕਲਿਆਣ ਕਰਨ ਦੇ ਲਈ ਮਾਤਲੋ ਦੀ ਧਰਤੀ ਦੇ ਉੱਪਰ ਇੱਕ ਆਪਣਾ ਜਿਹੜਾ ਹੈ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਨਾ। ਹੁਣ ਨਿਰਗੁਣ ਵਾਹਿਗੁਰੂ ਨੂੰ ਤਾਂ ਪੂਰਨ ਤੱਤ ਵਿੱਚ ਹੀ ਸਮਝ ਸਕਦੇ ਹਨ, ਜਿਹਦੇ ਪ੍ਰਤੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨਾਂ ਨੂੰ ਤਕਰੀਬਨ ਆਪਾਂ ਸੁਣਦੀ ਰਹਿੰਦੇ ਆ ਕੰਨਾਂ ਦੇ ਨਾਲ। ਰੂਪ ਨਾਰੇ ਕਨ ਰੰਗ ਕਿਛ ਤ੍ਰਿਉ ਗੁਣ ਤੇ ਬ੍ਰਹਮਨ ਤਿਸੈ ਬੁਝਾਏ, ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਨਾ ਉਸਦਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਆਕਾਰ ਹੈ। ਹੁਣ ਇਹੋ ਜਿਹੇ ਨਿਰਗੁਣ ਪਰਮਾਤਮਾ ਨੂੰ ਤਾਂ ਫਿਰ ਤਤਵ ਤੇ ਮਹਾਂਪੁਰਖ ਉਹੀ ਸਮਝ ਸਕਦੇ ਹਨ। ਤੇ ਜਿਨ੍ਹਾਂ ਦੇ ਆ ਬੈਰਾਗ ਤੇ ਗਿਆਨ ਰੂਪੀ ਦੋਵੇਂ ਅੱਖਾਂ ਖੁੱਲ ਗਈਆਂ ਹਨ,
ਉਸ ਸਮੇਂ ਜਦੋਂ ਸੁਣਿਆ ਪ੍ਰਭੂ ਭਗਤ ਨੇ ਮਹਾਰਾਜ ਦਾ ਨਾਮ, ਉਸੇ ਵਕਤ ਸਿਰ ਨੀਵਾਂ ਕਰਕੇ ਮੱਥਾ ਟੇਕਣ ਲੱਗ ਪਿਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਸਮੇਂ ਬੜੇ ਬਚਨ ਬਿਲਾਸ ਕੀਤੇ। ਗੁਰੂ ਬਾਬਾ ਜੀ ਨੇ ਪ੍ਰਭੂ ਭਗਤ ਦੇ ਨਾਲ ਕੁਝ ਕੁ ਟਾਈਮ ਤੋਂ ਬਾਅਦ ਸਤਿਗੁਰੂ ਜੀ ਨੇ ਸੱਚਖੰਡ ਦੇ ਵੱਲ ਆਪਣੇ ਡੇਰੇ ਕੂਚ ਕਰ ਦਿੱਤੇ ਸਨ। ਭਾਈ ਬਾਲਾ ਜੀ, ਇਹ ਸਾਰੀ ਜਿਹੜੀ ਪਾਵਨ ਕਥਾ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਪ੍ਰੇਮ ਵਾਲੇ ਸਰੋਤਿਆਂ ਨੂੰ ਸੁਣਾਉਂਦਿਆਂ ਹੋਇਆਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸ੍ਰੀ ਰੰਗ ਬੈਕੁੰਠ ਕੇ ਵਾਸੀ ਜੋ ਵਿਸ਼ਨੂੰ ਭਗਵਾਨ ਜੀ ਬੈਕੁੰਠਾਂ ਦੇ ਵਿੱਚ ਬਸਣ ਵਾਲੇ ਹਨ। ਸ੍ਰੀ ਰੰਗ ਬੈਕੁੰਠ ਕੇ ਵਾਸੀ, ਜਿਹੜੇ ਸੱਚਖੰਡ ਦੇ ਨਜ਼ਾਰੇ ਜੋ ਵੀ ਉੱਥੋਂ ਦਾ ਸੀਨ, ਉਹ ਤਾਂ ਨਹੀਂ ਮੈਂ ਅੱਖਾਂ ਦੇ ਨਾਲ ਦੇਖਿਆ। ਸਤਿਗੁਰੂ ਜੀ ਭਾਈ ਬਾਲਾ ਤੇ ਮਰਦਾਨਾ ਨੂੰ ਕਹਿਣ ਲੱਗੇ ਵੀ ਤੁਸੀਂ ਇੱਥੇ ਠਹਿਰ ਜਿਓ। ਪ੍ਰਭੂ ਭਗਤ ਦੀ ਪੁਰੀ ਦੇ ਵਿੱਚ ਅਸੀਂ ਫਿਰ ਅੱਗੇ ਸੱਚਖੰਡ ਬਸੈ ਨਿਰੰਕਾਰ, ਅਸੀਂ ਹੁਣ ਉਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਜਾਣਾ ਚਾਹੁੰਦੇ ਹਾਂ। ਸੋ ਕਵੀ ਜੀ ਨੇ ਆਪਣੀ ਬੜੀ ਸਰੇਟ ਬੁੱਧੀ ਦੇ ਨਾਲ ਭਾਵੇਂ ਜਿਹੜਾ ਸੱਚਖੰਡ ਦਾ ਨਜ਼ਾਰਾ ਜੋ ਆਨੰਦ ਹੈ ਉਹ ਤਾਂ ਉਹੀ ਜਾਣਦੇ ਨੇ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਸਾਹਮਣੇ ਦੇਖਿਆ ਹੈ। ਪਰ ਫਿਰ ਵੀ ਆ ਜਿਹੜੀਆਂ ਸਰਗੁਣ ਪਰਮਾਤਮਾ ਵਿਸ਼ਨੂੰ ਭਗਵਾਨ ਦੀਆਂ ਚਾਰ ਤਰ੍ਹਾਂ ਦੀਆਂ ਮੁਕਤੀਆਂ ਮੰਨੀਆਂ ਜਾਂਦੀਆਂ ਹਨ, ਸ਼ਲੋਕ, ਸਮੀਪ, ਸਾਜ ਤੇ ਸਰੂਪ, ਵੀ ਕਿਵੇਂ ਕਿਵੇਂ ਇਹ ਚਾਰ ਤਰ੍ਹਾਂ ਦੇ ਭਗਤ ਆਪਣੇ ਭਗਵਾਨ ਦੇ ਚਰਨਾਂ 'ਚ ਰਹਿ ਕਰਕੇ ਬੜਾ ਆਨੰਦ ਪ੍ਰਾਪਤ ਕਰਦੇ ਹਨ। ਉਹਨਾਂ ਦੇ ਪ੍ਰਤੀ ਮਹਾਰਾਜ ਨੇ ਬਚਨ ਸੁਣਾਉਣੇ ਸ਼ੁਰੂ ਕੀਤੇ ਹੋਏ ਨੇ। ਇਤਿਆਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੁਸਮ ਬਾਟਿਕਾ ਬਨੀ ਸੁਹਾਈ। ਜਿਸ ਉਸ ਵਿਸ਼ਨੂੰ ਭਗਵਾਨ ਦੇ ਦਰਬਾਰ ਦੇ ਵਿੱਚ ਆ ਜਿਹੜੀਆਂ ਫੁੱਲਾਂ ਦੀਆਂ ਬਗੀਚੀਆਂ ਸਦਾ ਵਾਸਤੇ ਖਿੜੀਆਂ ਰਹਿੰਦੀਆਂ ਹਨ। ਭੌਰ ਗੁੰਜਾਰ ਜਿਨਹਿ ਪਰ ਲਾਈ। ਹੁਣ ਵੱਡੇ ਵੱਡੇ ਫੁੱਲ ਜਿਹੜੇ ਸੁਗੰਧੀ ਦੇ ਨਾਲ ਭਰੇ ਹੋਏ, ਉਹਨਾਂ ਦੇ ਉੱਪਰ ਆ ਪੌਰਿਆਂ ਦੀਆਂ ਜਿਹੜੀਆਂ ਡਾਰਾਂ ਦੀਆਂ ਡਾਰਾਂ ਉਸੇ ਤਰ੍ਹਾਂ ਗੁਜ਼ਾਰਦੀਆਂ ਰਹਿੰਦੀਆਂ ਨੇ, ਜਿਨ੍ਹਾਂ ਦੀ ਆਵਾਜ਼ ਹੀ ਬੜੀ ਮਿੱਠੀ ਔਰ ਸੁਰੀਲੀ ਹੋਇਆ ਕਰਦੀ ਹੈ। ਕਰਹਿ ਨਿਰੰਤਰ ਹਰ ਜਸ ਗਾਨਾ। ਜਿੱਥੇ ਇਹੋ ਜਿਹੇ ਸ਼ਲੋਕ, ਉਸ ਸ਼ਲੋਕ ਦੇ ਵਿੱਚ ਪਰਮਾਤਮਾ ਦੇ ਦਰਬਾਰ ਦੇ ਵਿੱਚ ਵਸਣ ਵਾਲੇ ਭਗਤ ਬੜਾ ਇਹੋ ਜਿਹਾ ਆਨੰਦ ਸਦਾ ਦੇ ਲਈ ਮਾਣਦੇ ਰਹਿੰਦੇ ਹਨ। ਹੰਸ ਕੀਰ ਪਿਕ ਜੇ ਖਗ ਨਾਨਾ। ਜਿੱਥੇ ਹੁਣ ਹੰਸ ਹੈ, ਤੋਤੇ ਨੇ ਔਰ ਕੋਇ ਕਬੂਤਰ ਔਰ ਵੀ, ਜਿਵੇਂ ਮੋਰ ਦੀ ਕਿਤਨੀ ਮਿੱਠੀ ਬੋਲੀ ਮੰਨੀ ਜਾਂਦੀ ਹੈ, ਹੰਸ ਵੀ, ਤੋਤੇ ਵੀ, ਕੋਇਲਾ ਪਤਾ ਨਹੀਂ ਕਿਤਨੀਆਂ ਉੱਥੇ
ਨਾਨਾ ਪ੍ਰਕਾਰ ਦੀਆਂ ਆਪੋ ਆਪਣੀਆਂ ਬੋਲੀਆਂ ਬੋਲਦੇ ਨੇ ਉਹਨਾਂ ਬਾਗਾਂ ਦੇ ਵਿੱਚ। ਪੌਰ ਵੱਡੋ ਸੁੰਦਰ ਉਜਿਆਰਾ, ਹੁਣ ਜਿਸ ਬੈਕੁੰਠ ਧਾਮ ਦਾ ਗੇਟ ਦਰਵਾਜ਼ਾ ਬਹੁਤ ਹੀ ਉੱਚਾ ਔਰ ਬੜੇ ਵਿਸਤਾਰ ਵਾਲਾ ਬਣਿਆ ਹੋਇਆ ਹੈ। ਹੀਰੇ ਮਾਣਿਕ ਲੱਗੇ ਅਪਾਰਾ, ਹੁਣ ਜਿਨ੍ਹਾਂ ਦਰਵਾਜ਼ਿਆਂ ਦੇ ਵਿੱਚ ਵੀ ਹੀਰੇ ਮਾਣਕਾਂ ਦੀ ਪਤਾ ਨਹੀਂ ਕਿਉਂ ਜੀ ਨਾਨਾ ਪ੍ਰਕਾਰ ਦੀ ਬੜੀ ਮੀਨਾਕਾਰੀ ਕੀਤੀ ਹੋਈ ਹੈ। ਐਹ ਭਗਤ ਜਿਨ ਮੋਖ ਸ਼ਲੋਕਾ, ਆ ਜਿਨ੍ਹਾਂ ਨੂੰ ਸ਼ਲੋਕ ਭਾਵ ਵਿਸ਼ਨੂੰ ਭਗਵਾਨ ਦੇ ਲੋਕ ਦੀ ਪ੍ਰਾਪਤੀ ਹੋ ਗਈ ਨਾ, ਜਿਹੜੇ ਉਸ ਲੋਕ ਦੇ ਵਿੱਚ ਵਸਣ ਵਾਲੇ ਭਗਤ ਔਰ ਪਰਮਾਤਮਾ ਦੇ ਪਿਆਰੇ ਹਨ। ਵਿਚਰਤ ਹੈ ਹਰਖਤ ਬਿਨ ਸ਼ੋਕਾ, ਉਹ ਫਿਰ ਉਸ ਲੋਕ ਦੇ ਵਿੱਚ ਸਦਾ ਦੇ ਲਈ ਵਿਚਰਦੇ ਹੋਇਆ ਬਿਨਾਂ ਸੋਗ ਤੋਂ ਇਹ ਆਨੰਦੀ ਸਦਾ ਬਾਅਦ ਉਹ ਮਾਣਦੇ ਰਹਿੰਦੇ ਨੇ ਵੀ ਨਾ ਉੱਥੇ ਭੁੱਖ ਹੈ ਨਾ ਪਿਆਸ ਹੈ। ਇਹੋ ਜਿਹੇ ਆਨੰਦ ਦੀ ਮਸਤੀ ਉਹਨਾਂ ਨੂੰ ਸਦਾ ਵਾਸਤੇ ਚੜੀ ਰਹਿੰਦੀ ਹੈ। ਸੁਪਨੇ ਮਾਤਰ ਜਹ ਨਾ ਵਿਕਾਰਾ, ਸੁਪਨੇ ਮਾਤਰ ਜਿੱਥੇ ਹੁਣ ਦੁਨਿਆਵੀ ਰੰਗ ਰਲੀਆਂ ਦੇ ਵਿਸ਼ੇ ਵਿਕਾਰਾਂ ਦੇ ਸੁੱਖ ਕਦੇ ਸੁਪਨੇ ਮਾਤਰ ਵੀ ਪੈਦਾ ਨਹੀਂ ਹੁੰਦੇ, ਉੱਥੇ ਫਿਰ ਪਾਪ ਕਿਹੜਾ ਕਰੂ, ਪਾਪਾਂ ਦਾ ਹੁੰਦਾ ਪਾਪਾਂ ਦਾ ਫਲ ਕੀ ਹੈ ਦੁੱਖ। ਉਹ ਸਾਰੇ ਜਿਹੜੇ ਪਾਪ ਭਗਤਾਂ ਦੇ ਹੋ ਗਏ ਨਾਸ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਇਹੋ ਜਿਹਾ ਆਨੰਦ ਇਹੋ ਜਿਹੇ ਜਿਹੜਾ ਸੁਖੋ ਸਦਾ ਦੇ ਲਈ ਮਾਣਦੇ ਰਹਿੰਦੇ ਹਨ। ਹਿਰਦੈ ਪ੍ਰਕਾਸ਼ ਹੈ ਗਿਆਨ ਅਪਾਰਾ, ਇਹੋ ਜਿਹੇ ਗਿਆਨ ਦਾ ਚਾਨਣਾ ਵੀ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋ ਗਿਆ ਹੈ। ਸੁੰਦਰ ਮੰਦਰ ਕੰਚਨ ਕੇਰੇ, ਸੁੰਦਰ ਮੰਦਰ ਕੰਚਨ ਕਹਿ ਰਹੇ ਆ ਮਾਤਲੋ ਦੀ ਧਰਤੀ ਦੇ ਉੱਪਰ ਕੋਈ ਲੱਕੜਾਂ ਦੇ ਮਕਾਨ, ਕੋਈ ਇੱਟਾਂ ਦੇ ਜਾਂ ਫਿਰ ਜ਼ਿਆਦਾ ਉਹ ਆ ਮਾਰਬਲ ਦੇ ਮਕਾਨ ਬਣਾ ਕਰਕੇ ਕਿਵੇਂ ਲਗਾਏ ਜਾਂਦੇ ਹਨ, ਪਰ ਉੱਥੇ ਤਾਂ ਇਹ ਸੋਨੇ ਦੀਆਂ ਦੀਵਾਰਾਂ ਔਰ ਸੋਨੇ ਦੀਆਂ ਕੰਧਾਂ ਦੇ ਵੱਡੇ ਵੱਡੇ ਸੋਹਣੇ ਸੋਹਣੇ ਮੰਦਰ ਬਣੇ ਹੋਏ ਨੇ ਉਹਨਾਂ ਭਗਤਾਂ ਦੇ ਰਹਿਣ ਦੇ ਲਈ। ਖਚੀ ਮਣਿਨ ਜਗ ਮਗਤ ਕਨੇਰੇ, ਜਿਨ੍ਹਾਂ ਦੇ ਵਿੱਚ ਨਾਨਾ ਪ੍ਰਕਾਰ ਦੀਆਂ ਮਣੀਆਂ ਨਾ ਲੱਗੀਆਂ ਹੋਈਆਂ ਹਰ ਵਕਤ ਜਗਮਗ ਜਗਮਗ ਕਰਦੀਆਂ ਰਹਿੰਦੀਆਂ ਨੇ। ਸਦਾ ਦੇ ਲਈ ਅੱਗੇ ਦੀਵਾਲੀ ਦਾ ਜਿਹੜਾ ਤਿਉਹਾਰ ਆ ਰਿਹਾ ਇਹਨਾਂ ਦਿਨਾਂ 'ਚ ਬੜੇ ਲੋਕੀ ਆਪੋ ਆਪਣੀਆਂ ਦੁਕਾਨਾਂ ਦੇ ਗੇਟਾਂ ਦੇ ਅੱਗੇ ਜਾਂ ਫਿਰ ਮਕਾਨਾਂ ਦੇ ਉੱਪਰ ਕਿਤਨੇ ਪ੍ਰਕਾਰ ਦੀਆਂ ਲੜੀਆਂ ਲਟਕਾ ਦਿੰਦੇ ਨੇ ਨਾ, ਉਨੀ ਦੀ ਰੋਸ਼ਨੀ ਤਾਂ ਹੁੰਦੀ ਹੈ। ਰਾਤ ਦੇ ਟਾਈਮ ਤੇ ਜੇ ਬਿਜਲੀ ਹੋਏਗੀ ਤਾਂ ਉਹਨਾਂ ਨੇ ਜਗਮਗ ਕਰਨਾ, ਦਿਨ ਦੇ ਵਿੱਚ ਕੋਈ ਪਤਾ ਹੀ ਲੱਗਦਾ ਵੀ ਇਹ ਜਗਦੀਆਂ ਨੇ ਜਾਂ ਬੁਝੀਆਂ ਹੋਈਆਂ ਨੇ। ਪਰ ਇਹੋ ਜਿਹੀਆਂ ਮਣੀਆਂ ਲੱਗੀਆਂ ਹੋਈਆਂ ਉਹਨਾਂ ਸੋਹਣੇ ਸੋਹਣੇ ਮੰਦਰਾਂ 'ਚ ਇਹਨਾਂ ਦੀ ਬਸ ਜਿਹੜੀ ਜਗਮਗ ਜਗਮਗ ਕਰਦੀ ਰੋਸ਼ਨੀ ਸਦਾ ਵਾਤੇ ਹੁੰਦੀ ਰਹਿੰਦੀ ਹੈ। ਸਿਲਾ ਫਟਕ ਕੀ ਮਲਿਆ ਕਪਾਟਾ, ਮਲੈ ਕਪਾਟਾ ਮੰਦਰਾਂ ਦੇ ਜਿਹੜੇ ਦਰਵਾਜ਼ੇ ਉਹ ਚੰਦਨ ਦੇ ਲੱਗੇ ਹੋਏ ਹਨ ਔਰ ਵੱਡੀਆਂ ਵੱਡੀਆਂ ਫਟਕ ਬਲੌਰ ਦੀਆਂ ਸਿਲਾ ਲਗਾ ਕਰਕੇ ਇਹਨਾਂ ਦੀ ਜਿਹੜੀ ਚੜੌਤੀ ਕੀਤੀ ਹੋਈ ਹੈ। ਮੁਕਤਾ ਕੀ ਤੋਰਣ ਦਰ ਠਾਟਾ, ਉਹਨਾਂ ਗੇਟਾਂ ਦੇ ਅੱਗੇ ਹੀਰੇ ਮੋਤੀਆਂ ਦੇ ਬਹੁਤ ਸਾਰੇ ਤੋਰਨ ਰੰਗ ਬਰੰਗੇ ਬਣਾ ਕੇ ਲਟਕਾਏ ਹੋਏ ਹਨ। ਜਿਵੇਂ ਕਈਆਂ ਦੇ ਘਰਾਂ 'ਚ ਜਦੋਂ ਵੀ ਕੋਈ ਬਾਰ ਪਰਮਾਤਮਾ ਪੁੱਤ ਦੀ ਦਾਤ ਬਖਸ਼ੀ ਉਹ ਤਾਂ ਬਣਾਉਂਦੇ ਨੇ ਨਾ, ਕਈ ਦਰਖਤਾਂ ਦੇ ਪੱਤਿਆਂ ਨੂੰ ਤੋੜ ਕੇ ਧਾਗੇ ਜੇ ਬੰਨ ਦਿੰਦੇ ਨੇ ਰੰਗ ਬਰੰਗੀ। ਪਰ ਉੱਥੇ ਇਹ ਜਿਹੜੇ ਤੋਰਨ ਹੀਰੇ ਜਵਾਰ ਇਹਨਾਂ ਦੇ ਹੀ ਬਣਾਏ ਹੋਏ ਗੇਟਾਂ ਦੇ ਅੱਗੇ ਲਟਕ ਰਹੇ ਹਨ। ਤਹਿ ਜਬ ਪਹੁੰਚੇ ਸ੍ਰੀ ਗੁਣਖਾਨੀ, ਜਿਨ੍ਹਾਂ ਭਗਤਾਂ ਨੂੰ ਇਹੋ ਜੀ ਵਿਸ਼ਨੂੰ ਭਗਵਾਨ ਦੀ ਭਗਤੀ
ਕਰਦਿਆਂ ਨਾ ਸ਼ਲੋਕ ਭਾਵ ਉਸ ਲੋਕ ਦੀ ਪ੍ਰਾਪਤੀ ਹੋ ਗਈ ਜਦੋਂ ਗੁਰੂ ਬਾਬਾ ਜੀ ਫਿਰ ਇਹਨਾਂ ਭਗਤਾਂ ਦੇ ਵਿੱਚ ਆਪਣੀ ਰੂਹਾਨੀ ਤਾਕਤ ਦੇ ਨਾਲ ਪਹੁੰਚ ਗਏ ਹਨ। ਭਗਤਨ ਸਭਨ ਬੰਦਨਾ ਠਾਨੀ। ਦਰਸ਼ਨ ਕਰਨ ਸਾਰ ਜਿਹੜੇ ਨੇ ਸ਼ਲੋਕ ਭਾਵ ਉਸ ਲੋਕ ਦੇ ਵਿੱਚ ਰਹਿਣ ਵਾਲੇ ਸਾਰੇ ਭਗਤ ਉਹਨਾਂ ਨੇ ਉੱਠ ਕਰਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਅਨਕ ਭਾਂਤ ਕੀ ਉਸਤਤ ਕਰਕੇ। ਬਾਰ ਸਤਿਗੁਰੂ ਜੀ ਦੀ ਵਡਿਆਈ ਕਰਨ ਲੱਗ ਪਏ। ਇਕੱਠੇ ਹੋ ਕੇ ਸੱਚੇ ਪਾਤਸ਼ਾਹ ਮਹਿਮਾ ਨਾ ਜਾਣੈ ਭੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਜਿਵੇਂ ਪ੍ਰਭੂ ਬੇਅੰਤ ਹੈ ਉਸੇ ਤਰ੍ਹਾਂ ਅੰਤ ਨਾ ਸਿਵਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ। ਆਪ ਦੀ ਜਿਹੜੀ ਸਿਵਤੀ ਵਡਿਆਈ ਉਹਦਾ ਵੀ ਕੋਈ ਕਦੇ ਅੰਤ ਨਹੀਂ ਪਾ ਸਕਦਾ ਹੈ। ਪਰਮ ਸੁਖੀ ਭੇ ਰੂਪ ਨਿਹਰ ਕੈ। ਸੱਚੇ ਪਾਤਸ਼ਾਹ ਆਪ ਦਾ ਜਦੋਂ ਕੀਤਾ ਨਾ ਅਸੀਂ ਦਰਸ਼ਨ, ਬੜਾ ਆਨੰਦ ਸਾਡੇ ਅੰਦਰ ਪੈਦਾ ਹੋ ਗਿਆ ਹੈ। ਤਹਿ ਤੇ ਗਮਨੇ ਬਾਹਰ ਅਗਾਰੀ। ਇਹਨਾਂ ਨੂੰ ਦਰਸ਼ਨ ਦੇ ਕੇ ਗੁਰੂ ਬਾਬਾ ਜੀ ਉਸੇ ਤਰ੍ਹਾਂ ਹੌਲੀ ਹੌਲੀ ਫਿਰ ਜੋ ਨਿਰੰਕਾਰ ਦੀ ਦਰਗਾਹ ਸੱਚਖੰਡ ਹੈ ਉਹਦੇ ਵੱਲ ਜਾ ਰਹੇ ਹਨ। ਬਨੀ ਮੰਦਿਰਨ ਉਪਮਾ ਭਾਰੀ। ਹੁਣ ਇਹਨਾਂ ਮੰਦਰਾਂ ਦੀ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਜਿਹੜੀ ਸੁੰਦਰਤਾਈ ਚਾਰੇ ਪਾਸੇ ਬਣੀ ਹੋਈ ਹੈ। ਅਜਰਨ ਵਿਖੈ ਮਣਨ ਗਚਕਾਰੀ। ਅਜਰ ਵਿਖੈ ਜਿਹੜੇ ਨੇ ਨਾ ਇਹਨਾਂ ਮੰਦਰਾਂ ਦੇ ਬਣਾਏ ਹੋਏ ਵਿਹੜੇ ਉਹਨਾਂ ਦੇ ਵਿੱਚ ਆ ਜਿਵੇਂ ਅੱਜ ਕੱਲ੍ਹ ਟਾਇਲਟਾਂ ਲਗਾ ਲੈਂਦੇ ਨੇ ਲੋਕੀ ਆਪੋ ਆਪਣੇ ਘਰਾਂ 'ਚ ਵੀ ਤੇ ਬਾਹਰ ਵਿਹੜਿਆਂ 'ਚ। ਪਰ ਇੱਥੇ ਕੀ ਹੈ ਉਹਨਾਂ ਵਿਹੜਿਆਂ ਦੇ ਵਿੱਚ ਹੀਰੇ ਮਣੀਆਂ ਉਹ ਵਿਹੜੇ ਦੇ ਵਿੱਚ ਜੜੀਆਂ ਹੋਈਆਂ ਹਨ। ਜਿਨ ਕੇ ਬਰਨ ਅਨੇਕ ਪ੍ਰਕਾਰੀ। ਜਿਨ ਕੇ ਬਰਨ ਅਨੇਕ ਪ੍ਰਕਾਰੇ, ਪਤਾ ਨਹੀਂ ਕਿਤਨੀਆਂ ਰੰਗ ਬਰੰਗੀਆਂ ਹੀਰੇ ਪੰਨੇ ਉਹਨਾਂ ਵਿਹੜਿਆਂ ਦੇ ਵਿੱਚ ਹੀ ਚਾਰੇ ਪਾਸੇ ਜੜੇ ਹੋਏ ਹਨ। ਬਸ ਹੈ ਭਗਤ ਤਿਨ ਬੀਚ ਅਨੂਪਾ। ਇਹਨਾਂ ਮੰਦਰਾਂ ਦੇ ਵਿੱਚ ਪਹਿਲਾਂ ਆਉਂਦੀ ਹੈ ਸ਼ਲੋਕ, ਦੂਜਾ ਨੰਬਰ ਤੇ ਕਿਹੜੀ ਆ ਸਮੀਪ, ਵੀ ਜਿਨ੍ਹਾਂ ਨੇ ਸਾਧਨਾ ਸੰਪੰਨ ਹੋ ਕੇ ਵਿਸ਼ਨੂੰ ਭਗਵਾਨ ਦੇ ਚਰਨਾਂ ਦੀ ਨੇੜਤਾ ਪ੍ਰਾਪਤ ਕਰ ਲਈ। ਜਿਸ ਤਰ੍ਹਾਂ ਪੂਰਨ ਮਹਾਂਪੁਰਖਾਂ ਦੀ ਹਜ਼ੂਰੀ ਦੇ ਵਿੱਚ ਰਹਿਣ ਵਾਲੇ ਸੇਵਾਦਾਰ ਹੋਇਆ ਕਰਦੇ ਨੇ, ਜਾਂ ਫਿਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੀ ਜਿਹੜੀ ਸੇਵਾ ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਈ, ਉਹ ਫਿਰ ਹਰ ਵਕਤ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਹੀ ਰਹਿ ਕਰਕੇ ਬੜੀ ਸੇਵਾ ਕਰਦੇ। ਇਹ ਦੂਜੇ ਨੰਬਰ 'ਤੇ ਉਹ ਨੇ ਪਹਿਲਾ ਸ਼ਲੋਕ ਸਮੀਪ, ਵੀ ਜਿਹੜੇ ਭਗਤੀ ਕਰਦਿਆਂ ਵਿਸ਼ਨੂੰ ਭਗਵਾਨ ਦੇ ਉਸ ਲੋਕ ਦੇ ਬੜੇ ਨੇੜੇ ਪਹੁੰਚ ਚੁੱਕੇ ਹਨ। ਜਿਨ ਹੀ ਪਾਈ ਮੋਖ ਸਰੂਪਾ। ਜਿਨ੍ਹਾਂ ਨੇ ਇਹੋ ਜੀ ਸਮੀਪ ਮੋਤੀ ਪ੍ਰਾਪਤ ਕਰ ਲਈ ਹੈ। ਪੀਤ ਬਸਨ ਤਨ ਸ਼ਾਮ ਸੋਬਰਨ। ਪੀਤ ਵਸਨ ਕੁੰਦ ਦਸਨ ਪ੍ਰਿਆ ਸਹਿਤ, ਉਹਨਾਂ ਨੇ ਸਰੀਰਾਂ ਦੇ ਉੱਪਰ ਪੀਤੰਬਰ ਭਾਵ ਪੀਲੇ ਰੰਗ ਦੇ ਵਸਤਰ, ਕੁੰਦ ਦਸਨ ਉਹਨਾਂ ਦੇ ਜਿਹੜੇ ਕੁੰਦ ਦਸਨ ਆ ਜਿਹੜੇ ਨਾਮ ਹੈ ਨਾ, ਇਹ ਵੀ ਹੀਰੇ ਮੋਤੀਆਂ ਦੇ ਸਮਾਨ ਚਮਕ ਰਹੇ ਹਨ। ਅਤ ਸੁੰਦਰ ਛਬ ਕੀ ਮਨ ਹਰਨਾ। ਇਹੋ ਜੀ ਸੁੰਦਰਤਾਈ ਵੀ ਜਿਹੜਾ ਕਰੇ ਨਾ ਦਰਸ਼ਨ, ਉਹਦੇ ਮਨ ਦੇ ਵਿੱਚ ਆਪਣੇ ਆਪ ਬੜੀ ਖਿੱਚ ਪੈਦਾ ਹੋ ਜੂ। ਦੋਹਰਾ ਨੀਲ ਸ਼ਿਲਾ ਪਰ ਭੋਰ ਜਿਉ। ਜਿਵੇਂ ਕਹਿੰਦੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਚੜ੍ਹਦੀਆਂ ਹੋਈਆਂ, ਜਿਵੇਂ ਨੀਲ ਰੰਗ ਦੀ ਸ਼ਿਲਾ ਦੇ ਉੱਪਰ ਪੈਂਦੀਆਂ ਨੇ ਨਾ, ਚੜ੍ਹਦੇ ਸੂਰਜ ਦੀਆਂ ਕਿਰਨਾਂ ਉਹ ਫਿਰ ਕਿਤਨੀਆਂ
ਸੁੰਦਰ ਲੱਗਦੀਆਂ ਹਨ। ਆਤਪ ਪਰਿਓ ਸੁਹਾਏ। ਚੜ੍ਹਦੇ ਸੂਰਜ ਦੀ ਜਿਹੜੀ ਠੰਡੀ ਠੰਡੀ ਰੋਸ਼ਨੀ, ਜੇ ਕਿਤੇ ਬਹੁਤ ਵੱਡੀ ਨੀਲੇ ਰੰਗ ਦੀ ਸਿਲਾ ਜਦੋਂ ਉਹਦੇ ਉੱਪਰ ਜਿਵੇਂ ਪੈ ਕਰਕੇ ਉਹ ਬੜੀਆਂ ਸੁਹਾਵਣੀਆਂ ਲੱਗਣ ਲੱਗ ਜਾਂਦੀਆਂ ਨੇ, ਜਿਹੜਾ ਵੀ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਹੈ। ਕੁੰਡਲ ਮੀਨਾ ਕਾਰਜੇ। ਇਸੇ ਤਰ੍ਹਾਂ ਵੱਡੇ ਵੱਡੇ ਕੁੰਡ ਮੀਨਾਕਾਰ ਦੇ ਕੰਨਾਂ ਦੇ ਵਿੱਚ ਉਹਨਾਂ ਭਗਤਾਂ ਨੇ ਧਾਰਨ ਕੀਤੇ ਹੋਏ ਹਨ। ਪਹਿਰੇ ਕਰਨ ਸੁਭਾਏ। ਪਹਿਰੇ ਹੋਏ ਬੜੇ ਸੁੰਦਰ ਲੱਗ ਰਹੇ ਹਨ। ਚੌਪਈ ਚਾਰ ਭੁਜਾ ਭੂਖਨ ਜਿਨ ਚਾਰੂ। ਔਰ ਜਿਨ੍ਹਾਂ ਨੇ ਚਾਰ ਪੂਜਾ ਦੇ ਵਿੱਚ ਚਾਰ ਤਰ੍ਹਾਂ ਦੇ ਗਹਿਣੇ, ਸ਼ੰਖ ਚੱਕਰ ਗਦਾ ਪਦਮ, ਆਪ ਕੀਓ ਸ਼ਦਮ, ਇਹ ਚਾਰ ਜਿਹੜੇ ਗਹਿਣੇ ਚਾਰ ਭੁਜਾ ਦੇ ਵਿੱਚ ਉਹਨਾਂ ਨੇ ਪਕੜੇ ਹੋਏ ਨੇ ਸਦਾ ਵਾਸਤੇ। ਕੰਕਨ ਅੰਗਦ ਮੁਦਰਿਕ ਧਾਰੂ। ਇਸੇ ਤਰ੍ਹਾਂ ਕੰਕਨ, ਕੜੇ, ਬੋਟੇ, ਵੱਡੀਆਂ ਵੱਡੀਆਂ ਮੁੰਦਰਾਂ, ਇਸੇ ਤਰ੍ਹਾਂ ਸ਼ੰਖ ਵਗੈਰਾ ਪਕੜੇ ਹੋਏ ਨੇ ਹੱਥਾਂ ਦੇ ਵਿੱਚ। ਸੀਸ ਕਿਰੀਟ ਧਰੇ ਛਬ ਪਾਵਤ। ਸਿਰ ਦੇ ਉੱਪਰ ਸੁਨਹਿਰੀ ਰੰਗ ਦਾ ਧਾਰਨ ਕੀਤਾ ਹੋਇਆ ਜਿਹੜਾ ਮੋਟ, ਉਹ ਵੀ ਬੜੀ ਸ਼ੋਭਾ ਪਾ ਰਿਹਾ ਹੈ। ਅਤ ਕੁੰਤਲ ਕਚ ਮਨ ਹੈ ਚੁਰਾਵਤ। ਇਸੇ ਤਰ੍ਹਾਂ ਜਿਹੜੇ ਵੱਡੇ ਵੱਡੇ ਕੁੰਗਰਾਲੇ ਕੇਸ ਸਿਆਵਲ ਰੰਗ ਦੇ, ਇਹ ਵੀ ਮਾਨੋ ਆਮ ਮਨੁੱਖਾਂ ਦੇ ਮਨਾਂ ਨੂੰ ਚੁਰਾਉਣ ਵਾਲੇ ਹਨ। ਤਾਹਾਂ ਪਹੁੰਚੇ ਜਾਏ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਜੀ ਜਦੋਂ ਚਲਦਿਆਂ ਜਿਨ੍ਹਾਂ ਭਗਤਾਂ ਨੇ ਜਿਹੜੀ ਸਮੀਪ ਮੁਕਤੀ ਪ੍ਰਾਪਤ ਕੀਤੀ ਹੋਈ ਹੈ ਨਾ, ਉਹਦੇ ਵਿੱਚ ਪ੍ਰਵੇਸ਼ ਕਰ ਗਏ। ਮਿਲੇ ਭਗਤ ਉਠ ਪ੍ਰੇਮ ਵਿਸਾਲਾ। ਕੌਣ ਇਹਨਾਂ ਭਗਤਾਂ ਨੇ ਵੀ ਆਪ ਹੀ ਉੱਠ ਕਰਕੇ ਗੁਰੂ ਬਾਬਾ ਜੀ ਦਾ ਬੜਾ ਆਪਣੇ ਵੱਲੋਂ ਪ੍ਰੇਮ ਪਿਆਰ ਕੀਤਾ। ਬੰਧਨ ਕਰਹਿ ਬੰਦ ਕਰ ਦਊ। ਦੋਵੇਂ ਹੱਥ ਜੋੜ ਕਰਕੇ ਸਾਰੇ ਸਤ ਪੁਰਸ਼ ਭਗਤ ਜਨ ਗੁਰੂ ਬਾਬਾ ਜੀ ਦੇ ਅੱਗੇ ਮੱਥਾ ਟੇਕਣ ਲੱਗ ਪਏ। ਪਰਮ ਆਨੰਦ ਪਾਏ ਉਰ ਸੋਊ। ਔਰ ਸੋ ਉਹਨਾਂ ਦੇ ਹਿਰਦੇ ਦੇ ਵਿੱਚ ਵੀ ਹੋ ਜਿਹਾ ਆਨੰਦ ਪ੍ਰਾਪਤ ਹੋ ਗਿਆ ਨਾ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰਸ਼ਨ ਕੀਤਾ। ਪਰ ਸੰਸਹਿ ਤੁਮ ਆਦ ਅਨਾਦੂ। ਕਹਿ ਲੱਗਾ ਸੱਚੇ ਪਾਤਸ਼ਾਹ ਵੀ ਆਪ ਦੀ ਕੋਈ ਆਦਤ ਹੈ ਨਹੀਂ, ਸਦਾ ਬਾਤ ਹੈ ਬੇਅੰਤੋਂ, ਪਰ ਜਿਹੜੇ ਨੇ ਅੰਡਜ ਜੈਰਜ ਸਹਿਤਜ ਉਤਪਜ ਜਿੱਤੇ ਕੀਆ ਜਨਤਾ, ਇਹ ਚਾਰੇ ਖਾਣੀਆਂ ਦੇ ਵਿੱਚ ਪੈਦਾ ਹੋਣ ਵਾਲੇ ਜੀਵ, ਇਹਨਾਂ ਦੀ ਜ਼ਰੂਰ ਆਪ ਆਦਿ ਰੂਪ ਹੋਣਾ। ਇਹੀ ਜਿਹੜੇ ਬੇਅੰਤ ਜੀਵ ਆਪਨੇ ਚਾਰੇ ਖਾਣੀਆਂ ਦੇ ਵਿੱਚ ਪੈਦਾ ਕੀਤੇ ਹੋਏ ਹਨ। ਸਰਬ ਜਨਨ ਦਾਨੀ ਅਹਲਾਦੂ। ਸੱਚੇ ਪਾਤਸ਼ਾਹ ਜਗਿਆਸੂਆਂ ਨੂੰ, ਪ੍ਰਾਣੀਆਂ ਨੂੰ ਅਹਲਾਦੂ ਆਪ ਨੇ ਇੱਕ ਜਿਹੜਾ ਆਨੰਦ ਦਾ ਦਾਨੀ ਸਦਾ ਬਾਤੇ ਬਖਸ਼ਿਆ। ਮਹਿਮਾ ਨਾਮ ਜਗਤ ਵਿਸਤਾਰਕ। ਆਪ ਨੇ ਮਾਤਲੂਦੀ ਦੇ ਧਰਤੀ ਦੇ ਚਾਰੇ ਪਾਸੇ ਨਾਮ ਦੀ ਮਹਿਮਾ ਵਡਿਆਈ ਵਿਸਤਾਰਨ ਕੀਤੀ ਹੈ। ਜੁਗ ਜੁਗ ਭਗਤਨ ਕੋ ਰਖਵਾਰਕ। ਇਸੇ ਤਰ੍ਹਾਂ ਜੁਗਾ ਜੁਗਾਂ ਦੇ ਵਿੱਚ ਜੋ ਵੀ ਭਗਤ ਜਨ ਔਰ ਸਤ ਪੁਰਸ਼ ਰਿਸ਼ੀ ਮੁਨੀ ਹੋਏ ਹਨ, ਸਾਰਿਆਂ ਦੀ ਆਪਣੀ ਬਸੇ ਰੱਖਿਆ ਕੀਤੀ ਹੈ। ਮ੍ਰਿਦੁਲ ਮਧੁਰ ਤਿਨ ਸੋ ਬਚ ਕਹਿ ਗੁਰੂ ਕੈ। ਬਾਬਾ ਜੀ ਨੇ ਇਹਨਾਂ ਭਗਤਾਂ ਦੇ ਨਾਲ ਵੀ ਬੈਠ ਕੇ ਬੜੇ ਮਿੱਠੇ ਕੋਮਲ ਵਚਨ ਕੀਤੇ। ਗਮਨੇ ਪ੍ਰਭ ਦਰਸ਼ਨ ਹਿਤ ਚਹਿ ਕੈ। ਹੁਣ ਸਾਰਿਆਂ ਦੇ ਮਨ ਦੇ ਵਿੱਚ ਦੀਦਾਰ ਕਰਨ ਦੀ ਤਾਂ ਪਹਿਲਾਂ ਹੀ ਬੜੀ ਚਾਹਨਾ ਭਰੀ ਹੋਈ ਹੈ। ਗੇ ਆਗੇ ਬੇਦੀ ਕੁਲ ਦੀਪਾ। ਵੈਦੀ ਕੁਲ ਦੇ ਸ਼੍ਰੋਮਣੀ ਇਹਨਾਂ ਨੂੰ ਦਰਸ਼ਨ ਬਖਸ਼ੇ ਕਿ ਉਹ ਤੋਂ ਅੱਗੇ ਕਿਹੜੇ ਨੇ ਸਾਜ਼ੁਜ ਵੀ ਜਿਨ੍ਹਾਂ ਨੂੰ ਵਿਸ਼ਨੂੰ ਭਗਵਾਨ ਦੇ ਸਮਾਨ ਵਸੇ ਸਾਰਾ ਹੀ ਸਾਜੋ
ਸਮਾਜ ਪ੍ਰਾਪਤ ਹੋਇਆ ਹੈ। ਜਹ ਜਨ ਪਾਈ ਮੋਖ ਸਮੀਪਾ। ਤੇ ਜਿਨ੍ਹਾਂ ਨੇ ਸਾਜੋਜ ਰੂਪੀ ਜਾੜੀ ਮੁਕਤੀ ਪ੍ਰਾਪਤ ਕੀਤੀ ਹੋਈ ਹੈ। ਤਿਹ ਕੀ ਮਹਿਮਾ ਕੌਣ ਉਚਰਹੀ। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਫਿਰ ਉਸ ਬੈਕੁੰਠ ਦੀ ਮਹਿਮਾ ਵਡਿਆਈ ਕਿਹੜਾ ਰਸਨਾ ਤੋਂ ਉਚਾਰਨ ਕਰਕੇ ਸੁਣਾ ਸਕਦਾ ਹੈ। ਜੇ ਸਦੀਵ ਦਰਸ਼ਨ ਅਨੁਸਰਹੀ। ਹੁਣ ਜਿਹੜੇ ਬਸ ਇਹ ਸਦਾ ਦੇ ਲਈ ਆਪਣੇ ਮਾਲਕ ਸੁਆਮੀ ਵਿਸ਼ਨੂੰ ਭਗਵਾਨ ਦਾ ਸਾਹਮਣੇ ਦਰਸ਼ਨ ਹੀ ਕਰਦੇ ਰਹਿੰਦੇ ਹਨ। ਤਹ ਜਬ ਪਹੁੰਚੇ ਦੀਨਾ ਨਾਥੂ। ਦੀਨਾ ਉੱਪਰ ਦਇਆ ਕਰਨ ਵਾਲੇ ਗੁਰੂ ਬਾਬਾ ਜੀ ਜਦੋਂ ਇਸੇ ਤਰ੍ਹਾਂ ਫਿਰ ਇਹਨਾਂ ਦੇ ਪਾਸ ਆਪਣੀ ਰੂਹਾਨੀ ਤਾਕਤ ਦੇ ਨਾਲ ਪਹੁੰਚ ਗਏ ਹਨ। ਉਠ ਕਰ ਸਰਬ ਮਿਲੇ ਹਿਤ ਸਾਥੂ। ਇਹਨਾਂ ਨੇ ਵੀ ਗੁਰੂ ਬਾਬਾ ਜੀ ਦਾ ਉੱਠ ਕਰਕੇ ਬੜਾ ਮਾਣ ਸਤਿਕਾਰ ਕੀਤਾ ਹੈ। ਤੇਹ ਪੁਨ ਆਵਾ ਸ਼੍ਰੀ ਪ੍ਰਭ ਦਰਬਾਰਾ। ਉਹ ਤੋਂ ਬਾਅਦ ਅੱਗੇ ਕੀ ਹੈ, ਜਿਨ੍ਹਾਂ ਨੇ ਸਰੂਪ ਮੁਕਤੀ ਪਾਵ ਜਿਹੜੇ ਭਗਤੀ ਕਰਦਿਆਂ ਬਸ ਆਪਣੇ ਵਿਸ਼ਨੂੰ ਭਗਵਾਨ ਦਾ ਹੀ ਰੂਪ ਬਣ ਗਏ ਹਨ। ਕੋਟ ਸੂਰ ਸਮ ਜਗਮਗ ਕਾਰਾ। ਕੋਟ ਸੂਰ ਜਾਗੈ ਪ੍ਰਗਾਸ, ਵੀ ਜਿਸ ਬੈਕੁੰਠ ਦੇ ਵਿੱਚ ਹੈ ਉਹ ਸਮਝ ਲਓ ਆਪਣੇ ਆ ਦੁਨੀਆ ਦੇ ਵਿੱਚ ਤਾਂ ਇਹ ਕੋਈ ਸੂਰਜ ਚੜ੍ਹਦਾ ਇਹਦੀ ਗਰਮੀ ਝੱਲਣੀ। ਜੇਠ ਦੇ ਮਹੀਨੇ ਦੇ ਵਿੱਚ ਬੜੀ ਔਖੀ ਹੋ ਜਾਂਦੀ ਹੈ, ਸੂਰਜ ਇੱਕੋ ਹੀ ਹੈ। ਕੋਟ ਸੂਰ ਜਾਗੈ ਪ੍ਰਗਾਸ, ਕਹਿੰਦੇ ਉੱਥੇ ਤਾਂ ਇਹੋ ਜਿਹੇ ਪਤਾ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਵੱਡੇ ਵੱਡੇ ਸੂਰ ਚੜ੍ਹੇ ਰਹਿੰਦੇ ਨੇ ਸਦਾ ਦੇ ਲਈ। ਮਰਕਤ ਪਦਮ ਰਾਗ ਛਬ ਭਾਰੀ। ਹੁਣ ਜਿੱਥੇ ਜਿਹੜੀਆਂ ਪਦਵਨੀਆਂ ਇਹੋ ਜਿਹੇ ਰੰਗ ਰੋਗ ਰਾਗ ਕਰਦੀਆਂ ਰਹਿੰਦੀਆਂ ਹਨ। ਮੀਨਾਕਾਰ ਜਹਾਂ ਗਚਕਾਰੀ। ਹੁਣ ਇੱਥੇ ਵੀ ਮੀਨਾਕਾਰ ਦੇ ਆਕਾਰ ਦੀ ਨਾਨਾ ਪ੍ਰਕਾਰ ਦੀ ਸੁੰਦਰਤਾਈ ਚਾਰੇ ਪਾਸੇ ਸ਼ੋਭਾ ਪਾ ਰਹੀ ਹੈ। ਹਾਟਕ ਫਟਕ ਪ੍ਰਵਾਲਨ ਥੰਬਾ। ਹੁਣ ਜਿਹਦੇ ਵਿੱਚ ਹਾਟਕ ਭਾਗ ਸੋਨੇ ਦੇ ਵੱਡੇ ਵੱਡੇ ਜਿਹੜੇ ਥੰਮਲੇ ਉਹਦੇ ਵਿੱਚ ਗੋਲਾਕਾਰ ਕੱਢੇ ਹੋਏ ਹਨ। ਜਿਨ ਬਿਲੋਕ ਮਨ ਹੋਤ ਅਚੰਭਾ। ਇਹੋ ਜਿਹੇ ਸੁਨਹਿਰੀ ਰੰਗ ਦੇ ਥੰਮਲੇ ਉਹਨਾਂ ਨੂੰ ਦੇ ਕਰਕੇ ਆਮ ਲੋਕਾਂ ਦੇ ਮਨ ਦੇ ਵਿੱਚ ਬੜੀ ਹੈਰਾਨਗੀ ਪੈਦਾ ਹੋ ਜਾਂਦੀ ਹੈ। ਹਰਤ ਮਣਨ ਮਾਣਕ ਵਿੱਚ ਹੀਰੇ। ਹਰੀਆਂ ਪੀਲੀਆਂ ਔਰ ਲਾਲ ਰੰਗ ਦੀਆਂ ਜਿਹੜੀਆਂ ਮਣੀਆਂ ਉਹਨਾਂ ਥੰਮਲਿਆਂ ਦੇ ਆਲੇ ਦੁਆਲੇ ਜੜੀਆਂ ਹੋਈਆਂ ਹਨ। ਵਿਚਰੇ ਕੋਰ ਕਾੜ ਸੁੱਠ ਚੀਰੇ। ਇਸੇ ਤਰ੍ਹਾਂ ਜਿਹੜੇ ਹੀਰੇ ਉਹ ਵੀ ਕੋਰਦਾਰ ਛੋਟੀਆਂ ਛੋਟੀਆਂ ਉਹਨਾਂ ਦੀਆਂ ਟੁਕੜੀਆਂ ਬਣਾ ਕਰਕੇ ਉਹਨਾਂ ਦੇ ਵਿੱਚ ਲਗਾਈਆਂ ਹੋਈਆਂ ਹਨ। ਮੁਕਤਾ ਮਾਲਨ ਝਾਲਰ ਛਾ ਝਾਈ। ਚਾਰੇ ਪਾਸੇ ਹੀਰੇ ਮੋਤੀਆਂ ਦੀਆਂ ਵੱਡੀਆਂ ਵੱਡੀਆਂ ਚਮਕਦੀਆਂ ਦਮਕਦੀਆਂ ਹੋਈਆਂ ਝਾਲਰਾਂ ਲਟਕ ਰਹੀਆਂ ਨੇ ਚਾਰੇ ਪਾਸੇ। ਦੂਸਰ ਦਿਪ ਹੈ ਤਿਨ ਹੈ ਕੀ ਨਿਆਈ। ਦੂਸਰ ਦਿਪ ਹੈ ਤਿਨ ਹੈ ਕੀ ਨਿਆਈ। ਇਉਂ ਲੱਗਦਾ ਸੀ ਵੀ ਜਿਵੇਂ ਇੱਥੇ ਦੂਸਰਾ ਜਿਹੜਾ ਹੋਰ ਸੂਰਜ ਚੜਿਆ ਹੋਇਆ ਹੈ। ਚੀਰ ਪਰੋਜਨ ਰਚੇ ਸਰੋਜਾ। ਇਸੇ ਤਰ੍ਹਾਂ ਜਿਵੇਂ ਹੁੰਦਾ ਹੈ ਗੁਲਾਬ ਦਾ ਫੁੱਲ ਲਾਲ ਰੰਗ ਦਾ, ਇਹੋ ਜਿਹੇ ਗੋਲਾਕਾਰ ਛੋਟੇ ਛੋਟੇ ਲਾਲ ਰੰਗ ਦੇ ਹੀਰੇ ਉਹ ਵੀ ਥਾਂ ਥਾਂ ਤੇ ਜੜੇ ਹੋਏ ਹਨ। ਜਿਨ ਹੈ ਬਿਲੋਕ ਲਜਾਏ ਮਨੋਜਾ। ਹੁਣ ਇਹਨਾਂ ਦੀ ਕ੍ਰਾਂਤੀ ਇਹਨਾਂ ਦੀ ਦੇ ਕਰਕੇ ਸੋਭਾ ਜਿਹੜਾ ਕਾਮਦੇਵ ਉਹ ਵੀ ਆਪਣੀ ਨੀਵੀਂ ਪਾ ਲੈਂਦਾ ਹੈ। ਮੇਚਕ ਮਣ ਕੇ ਭ੍ਰਿੰਗ ਬਣਾਏ। ਇਸੇ ਤਰ੍ਹਾਂ ਕਾਲੇ ਰੰਗ ਦੇ ਨਾਨਾ ਪ੍ਰਕਾਰ ਦੇ ਮਣਕੇ ਵੀ ਚਮਕਦੇ ਦਮਕਦੇ ਉਹਨਾਂ ਥੰਮਲਿਆਂ ਦੇ ਵਿੱਚ ਲੱਗੇ ਹੋਏ ਹਨ। ਰਚੇ ਰੁਚਰ ਛਬ ਕੌਣ ਗਨਾਏ। ਭਾਈ ਸਾਹਿਬ ਜੀ ਕਹਿੰਦੇ ਨੇ ਹੁਣ ਇਸ ਬੈਕੁੰਠ ਧਾਮ ਦੀ ਸੋਭਾ ਕਿਹੜਾ ਆਪਣੀ
ਜ਼ੁਬਾਨ ਦੇ ਨਾਲ ਕਰ ਸਕਦਾ ਹੈ। ਬੀਚ ਬਚਿੱਤਰ ਬਿਤਾਨ ਬਨਾਵਾ। ਉਹਨਾਂ ਦੇ ਵਿੱਚ ਬੜੇ ਸੋਹਣੇ ਸੋਹਣੇ ਜਿਹੜੇ ਚੰਦੋਏ ਥਾਂ ਥਾਂ ਤੇ ਬਣਾ ਕਰਕੇ ਲਗਾਏ ਹੋਏ ਹਨ। ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਮਹਾਰਾਜ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰੇਮੀ ਸ਼ਰਧਾ ਭਾਵਨਾ ਵਾਲੇ ਗੁਰਸਿੱਖ ਕਿਹੋ ਜਿਹੇ ਮਹਿੰਗੇ ਮਹਿੰਗੇ ਚੰਦੋਆ ਸਾਹਿਬ ਉੱਤੇ ਲਿਆ ਕਰਕੇ ਸੇਵਾ ਕਰਦੇ ਹਨ, ਜਿਨ੍ਹਾਂ ਦੇ ਵਿੱਚ ਕਿਹੋ ਜੀ ਦੇ ਲਓ ਸੁੰਦਰ ਤਾਈ ਦੀ ਮੀਨਾਕਾਰੀ ਕੀਤੀ ਹੁੰਦੀ ਹੈ ਨਾ। ਇੱਕ ਮਿਸਾਲ ਹੈ, ਉਦਾਹਰਣ ਹੈ। ਇਸੇ ਤਰ੍ਹਾਂ ਬੈਕੁੰਠ ਧਾਮ ਦੇ ਵਿੱਚ ਵੀ ਉੱਥੇ ਪਤਾ ਨਹੀਂ ਕਿਹੋ ਜਿਹੇ ਸੋਹਣੇ ਸੋਹਣੇ ਜਿਹੜੇ ਚੰਦੋਏ ਥਾਂ ਥਾਂ ਤੇ ਲੱਗੇ ਹੋਏ ਹਨ। ਲੱਗੀ ਡੋਰ ਮਖਤੂਲ ਸੁਹਾਵਾ। ਰੇਸ਼ਮ ਦੀਆਂ ਡੋਰਾਂ ਦੇ ਨਾਲ ਬੰਨ੍ਹ ਕਰਕੇ ਉਹਨਾਂ ਨੂੰ ਕੱਸਿਆ ਹੋਇਆ ਹੈ। ਸੱਚਖੰਡ ਕੀ ਉਪਮਾ ਜੋਈ। ਕਵੀ ਜੀ ਕਹਿੰਦੇ ਨੇ ਵੀ ਜਿਹੜੀ ਸੱਚਖੰਡ ਦੀ ਉਪਮਾ ਵਡਿਆਈ ਸੋਭਾ ਹੈ, ਉਚਰ ਸਕੈ ਅਸ ਕਵ ਨਹਿ ਕੋਈ। ਇਹੋ ਜਿਹਾ ਕਵੀ ਤਾਂ ਦੁਨੀਆ ਦੇ ਵਿੱਚ ਕੋਈ ਪੈਦਾ ਹੋਇਆ ਨਹੀਂ ਵੀ ਜਿਹੜਾ ਵੀ ਕੋਈ ਆਪਣੀ ਜ਼ੁਬਾਨ ਦੇ ਨਾਲ ਕਹਿ ਸਕਦਾ ਹੈ। ਜਹ ਕੁੰਠਤ ਹਵੈ ਹੈ ਮਨ ਬਾਨੀ। ਵੀ ਜਿੱਤੇ ਜਾ ਕੇ ਮਨ ਵੀ ਔਰ ਬਾਣੀ ਵੀ ਆ ਜਿਹੜੇ ਪੰਜ ਗਿਆਨ ਇੰਦਰੀ ਇਹ ਵੀ ਉਸ ਥਾਂ ਤੇ ਰੁਕ ਜਾਂਦੇ ਹਨ। ਇਹ ਕੋਈ ਕਹਿ ਨਹੀਂ ਸਕਦੇ। ਸੱਚਖੰਡ ਬਾਰੇ ਨਾ ਮਨ ਕਹਿ ਸਕਦਾ, ਨਾ ਬਾਣੀ ਦੇ ਨਾਲ ਕੁਝ ਲਿਖਿਆ ਜਾ ਸਕਦਾ। ਪਤਾ ਵੀ ਕਿਉਂ ਜੀ ਵਾਹਿਗੁਰੂ ਨੇ ਆਪਣੇ ਸੱਚਖੰਡ ਵਸੈ ਨਿਰੰਕਾਰ ਉਹਦੀ ਆਪਣੀ ਇਹੋ ਜੀ ਸੁੰਦਰ ਰਚਨਾ ਬਣਾਈ ਹੋਈ ਹੈ। ਕੈਸੇ ਪਰੈ ਤਾਸ ਗਤ ਜਾਨੀ। ਫਿਰ ਉਸ ਦਾ ਜਿਹੜਾ ਸੀਨ ਨਕਸ਼ਾ ਵੀ ਕਿਵੇਂ ਇਹਨੇ ਆ ਜਿਹੜੀਆਂ ਚਮੜੇ ਦੀਆਂ ਅੱਖਾਂ ਨੇ ਇਹਨਾਂ ਦੇ ਨਾਲ ਕਿਵੇਂ ਦੇਖਿਆ ਜਾ ਸਕਦਾ ਹੈ। ਮਨ ਠਹਿਰਾਵਨ ਹੇਤ ਸੁਖਾਰੇ। ਕਵੀ ਜੀ ਕਹਿੰਦੇ ਨੇ ਵੀ ਥੋੜਾ ਜਿਹਾ ਇਹ ਮਨ ਨੂੰ ਟਿਕਾਉਣ ਦੇ ਲਈ ਚਿੱਤ ਦੇ ਵਿੱਚ ਤਰਵਾਸ ਪੈਦਾ ਕਰਨ ਵਾਸਤੇ ਕਹੋ ਰੁਚਿਰਤਾ ਕਛੁਕ ਸੁਧਾਰੇ। ਥੋੜੀ ਜੀ ਮੈਂ ਆਪਣੇ ਵੱਲੋਂ ਜਿਹੜੀ ਉਹ ਕ੍ਰਾਂਤੀ ਹੈ, ਜਿਹੜੀ ਸੁੰਦਰਤਾਈ ਹੈ, ਆਪਣੇ ਵੱਲੋਂ ਮੈਂ ਬਚਨ ਕਹਿੰਦਾ। ਸਬਜ ਸ਼ਿਆਮ ਮਨ ਰੰਗ ਅਨੇਕਾ। ਹੁਣ ਜਿੱਥੇ ਸਬਜ ਹਰੇ ਰੰਗ ਦੇ ਪੀਲੇ ਰੰਗ ਦੀਆਂ ਮਣੀਆਂ ਪੰਨੇ ਹੀ ਬਸ ਚਾਰੇ ਪਾਸੇ ਲੱਗੇ ਹੋਏ ਨਜ਼ਰ ਆਉਂਦੇ ਹਨ। ਪਦਮ ਰਾਗ ਕੋ ਕਰੈ ਬਿਬੇਕਾ। ਹੁਣ ਉਹਨਾਂ ਜਿਹੜੀਆਂ ਜੋ ਪਦਮਨ ਹੀਰੇ ਪੰਨੇ ਲੱਗੇ ਹੋਏ ਨੇ ਉਹਨਾਂ ਦੀ ਕਿਹੜਾ ਵਡਿਆਈ ਕਰਕੇ ਦੱਸ ਸਕਦਾ ਹੈ। ਫਰਸ਼ ਰੁਚਰ ਕੀਏ ਅਜਰ ਮਝਾਰੀ। ਉਸ ਸੱਚਖੰਡ ਦੇ ਵਿਹੜੇ 'ਚ ਪਤਾ ਨਹੀਂ ਕਿਤਨੇ ਚਮਕਦੇ ਦਮਕਦੇ ਬੜੇ ਬੜੇ ਫਰਸ਼ ਵਿਛੇ ਹੋਏ ਹਨ। ਅਦਭੁਤ ਦੇਖਤ ਹੀ ਮਨੋਹਾਰੀ। ਅਦਭੁਤ ਉਹਨਾਂ ਦੀ ਸੁੰਦਰਤਾਈ ਅਦਭੁਤ ਪਣ ਦੇ ਕੀ ਮਨ ਤਾਂ ਪਹਿਲਾਂ ਹੀ ਚੁੱਪ ਕਰ ਜਾਂਦਾ ਹੈ। ਮਦ ਸਿੰਘਾਸਨ ਸੁੰਦਰ ਸੋਹੈ। ਵੀ ਉਹਦੇ ਸੈਂਟਰ ਵਿਚਕਾਰ ਦੇ ਵਿੱਚ ਜੋ ਬਹੁਤ ਵੱਡਾ ਇੱਕ ਜਗਮਗ ਜਗਮਗ ਕਰਦਾ ਹੋਇਆ ਸਿੰਘਾਸਣ ਲੱਗਿਆ ਹੋਇਆ ਹੈ। ਭਾਨ ਅਨਕ ਨ ਪਟੰਤਰ ਕੋ ਹੈ। ਭਾਨ ਅਨਕ ਕਹਿੰਦੇ ਉਹਦੀ ਬਰਾਬਰੀ ਇੱਕ ਨਹੀਂ ਦੋ ਨਹੀਂ ਗਿਣਤੀ ਤੋਂ ਰਹਿ ਤੇ ਲਿਖਿਆ ਭਾਈ ਸਾਹਿਬ ਜੀ ਨੇ। ਭਾਨ ਅਨਕ ਨਾ ਪਟੰਤਰ ਉਹ ਹੈ ਵੀ ਉਹਦੀ ਜਿਹੜੀ ਬਰਾਬਰੀ ਅਨੇਕਾਂ ਸੂਰਜਾਂ ਦੀ ਜਿਹੜੀ ਰੌਸ਼ਨੀ ਹੈ ਨਾ ਉਹ ਵੀ ਕਦੇ ਕਰ ਨਹੀਂ ਸਕੇਗੀ। ਸਦਾ ਸੱਚ ਦਾ ਆਨੰਦ ਕਿਰਪਾਲਾ। ਜੈ ਸੁਨੋ ਵੇਦਾਂ ਸ਼ਾਸਤਰਾਂ ਨੇ ਵੀ ਕਹਿ ਦਿੱਤਾ ਵੀ ਜੋ ਸਤ ਚਿਤ ਆਨੰਦ ਤ੍ਰੈ ਕਾਲ ਅਵਾਦ ਸਰੂਪ ਹੈ। ਤੇਹ ਪਰ ਬੈਠੇ ਸੁਖਦ ਅਕਾਲਾ। ਜੋ ਕਾਲ ਤੋਂ ਰਹਿਤ ਨਿਰਗੁਣ ਪਰਮਾਤਮਾ ਸੁੱਖਾਂ ਦੇ ਸਮੁੰਦਰ ਉਸ ਸਿੰਘਾਸਣ ਦੇ ਉੱਪਰ ਬੈਠ ਕਰਕੇ ਆਪਣੇ ਭਗਤਾਂ ਨੂੰ
ਬੜਾ ਆਨੰਦ ਬਖਸ਼ਦੇ ਹਨ। ਬ੍ਰਿੰਦ ਤੜਿਤ ਕੀ ਛਟਾ ਸਮੇਟੀ, ਕਹਿੰਦੇ ਅਨੇਕਾਂ ਹੀ ਅੱਜ ਇਹ ਬਿਜਲੀਆਂ ਦੀ ਛਟਾ, ਉਹਦੀ ਜਿਹੜੀ ਰੋਸ਼ਨੀ ਜਿਵੇਂ ਆਪਾਂ ਸਮੇਟ ਕੇ ਇੱਕ ਤਾਰ ਤੇ ਕੋਈ ਇਕੱਠੀ ਕਰ ਲੈਣੀ ਵੀ ਆ ਸਾਉਣ ਭਾਦੋਂ ਦੇ ਮਹੀਨੇ ਦੇ ਵਿੱਚ ਕਿਵੇਂ ਜਦੋਂ ਤੇਜ਼ ਬਿਜਲੀ ਲੱਗ ਕੇ ਕਿਤਨੀ ਰੋਸ਼ਨੀ ਹੁੰਦੀ ਹੈ, ਇਹੋ ਜਿਹੀਆਂ ਅਨੇਕਾਂ ਹੀ ਬਿਜਲੀਆਂ ਦੀ ਲਾਈਟ ਰੋਸ਼ਨੀ ਜੇ ਕੋਈ ਇਕੱਠੀ ਵੀ ਕਰ ਲਏਗਾ, ਜਨ ਸੋ ਹੈ ਘਨ ਘਟਾ ਸਹੇਟੀ, ਜਾਂ ਫਿਰ ਬੱਦਲਾਂ ਦੇ ਵਿੱਚ ਲਿਸ਼ਕਦੀ ਹੋਈ ਬਿਜਲੀ ਇਕੱਠੀ ਕਰਕੇ ਜਿਵੇਂ ਇੱਕ ਥਾਂ ਤੇ ਕੋਈ ਬਿਠਾ ਦੇ, ਇਤਨੀਆਂ ਲਾਈਟਾਂ ਇਤਨੀਆਂ ਰੋਸ਼ਨੀਆਂ ਉਹਦੇ ਵਿੱਚੋਂ ਆਪਣੇ ਆਪ ਹੀ ਨਿਕਲ ਰਹੀਆਂ ਹਨ। ਜਨ ਰਵ ਬਿਦ ਬਹੁ ਹਵੈ ਇਕਠਾਈ, ਕਵੀ ਜੀ ਕਹਿੰਦੇ ਨੇ ਵੀ ਉਹ ਲੱਗਦਾ ਮੈਨੂੰ ਤਾਂ ਵੀ ਜਿਸ ਤਰ੍ਹਾਂ ਅਨੇਕਾਂ ਸੂਰਜ ਵੀ ਚੰਦਰਮਾ ਵੀ ਜੇ ਕਿਤੇ ਇਕੱਠੇ ਹੋ ਕੇ ਆਪਣੀ ਰੋਸ਼ਨੀ ਕਰਨ ਲੱਗ ਜਾਣ ਤਾਂ ਵੀ ਉਹਦੇ ਫਿਰ ਕਦੇ ਤੁਲ ਨਹੀਂ ਪੁੱਜ ਸਕਦੇ ਹਨ। ਨੀਲ ਮਣਨ ਗਿਰ ਲੀਨ ਉਚਾਈ, ਵੀ ਜਿਵੇਂ ਨੀਲੇ ਰੰਗ ਦੀਆਂ ਮਣੀਆਂ ਨੇ ਬਹੁਤ ਵੱਡਾ ਆਪਣਾ ਪਹਾੜ ਬਣਾਇਆ ਹੁੰਦਾ ਹੈ, ਪਦ ਅਰਬਿੰਦ ਮ੍ਰਿਦੁਲ ਅਰ ਨਾਰੀ, ਔਰ ਜਿਸ ਪਰਮਾਤਮਾ ਦੇ ਚਰਨ ਬੜੇ ਕੋਮਲ ਨਰਮ ਔਰ ਗੁਲਾਬ ਦੇ ਫੁੱਲ ਦੇ ਸਮਾਨ ਲਾਲ ਸ਼ੋਭ ਰਹੇ ਹਨ, ਸ਼ੋਭਾ ਨਖਨ ਸਕਲ ਸਸਹਾਰੇ, ਔਰ ਇਹਨਾਂ ਦੀ ਸ਼ੋਭਾ ਨੂੰ ਦੇਖਦਿਆਂ ਹੋਇਆ ਤਾਂ ਇਹ ਜਿਹੜੀਆਂ ਸੂਰਜ ਔਰ ਚੰਦਰਮਾ ਦੀਆਂ ਰੋਸ਼ਨੀਆਂ ਵੀ ਸਾਹਮਣੇ ਬਿਲਕੁਲ ਇੱਕ ਤੁੱਛ ਜੀਆਂ ਲੱਗਣ ਲੱਗ ਜਾਂਦੀਆਂ ਹਨ। ਬਸਹਿ ਸਦੀਵ ਮੁਨੀ ਮਨ ਜੋਗੀ, ਔਰ ਜਿੱਥੇ ਸਰੂਪ ਮੁਕਤੀ ਨੂੰ ਪ੍ਰਾਪਤ ਕਰਨ ਵਾਲੇ ਹੋ ਜਾਏ ਭਗਤ ਜੋਗੀ ਜਾਨੀ ਬਸਦੇ ਹਨ। ਧਰਹਿ ਸਮਾਧ ਧਿਆਨ ਰਸ ਭੋਗੀ, ਉਹਦਾ ਬਸ ਫਿਰ ਜਿਹੜੀ ਹੈ ਨਿਰਵਿਕਲਪ ਸਮਾਧੀ ਲਗਾ ਕਰਕੇ ਸਦਾ ਦੇ ਲਈ ਆਪਣੇ ਆਨੰਦ ਦੇ ਵਿੱਚ ਹੀ ਮਸਤ ਰਹਿੰਦੇ ਹਨ। ਨੂਪਰ ਮਣਿਮੈ ਬਨੇ ਮਨੋਗਾ, ਹੁਣ ਜਿਹੜੇ ਬਹੁਤੇ ਉਹਨਾਂ ਦੀ ਸੁੰਦਰਤਾਈ ਪਤਾ ਨਹੀਂ ਕਿਤਨੇ ਰੰਗਾਂ ਦੀ ਬਣੀ ਹੋਈ ਹੈ। ਜਿਨ ਕੋ ਸ਼ਬਦ ਸੁਖਦ ਤਿਹੁ ਲੋਗਾ, ਜਦੋਂ ਕਿਤੇ ਉਹਨਾਂ ਬਹੁਤਿਆਂ ਦੀ ਆਵਾਜ਼ ਹੁੰਦੀ ਹੈ ਨਾ ਦੇ ਦੇ ਕਰਕੇ ਭਗਤ ਜਨਾਂ ਦੇ ਮਨ ਵੀ ਆਪਣੇ ਆਪ ਹੀ ਖਿੱਚੇ ਜਾਂਦੇ ਹਨ। ਸੁੰਦਰ ਜੰਗ ਸਰਸ ਕਦਲੀ ਕੀ, ਇੱਕ ਕਵੀ ਜੀ ਨੇ ਇੱਕ ਮਾੜਾ ਜਿਹਾ ਦ੍ਰਿਸ਼ਟਾਂਤ ਦਿੱਤਾ ਆਪਣੇ ਵੱਲੋਂ ਵੀ ਜਿਹੜੀਆਂ ਜੰਗਾਂ ਨੇ ਨਾ ਉਹ ਵੀ ਕਿਲੇ ਦੇ ਦਰਾਜ਼ ਦੇ ਸਮਾਨ ਮੋਟੀਆਂ ਮੋਟੀਆਂ ਨਰਮ ਨਰਮ ਬਣੀਆਂ ਹੋਈਆਂ ਉਹਦੇ ਸਾਹਮਣੇ ਦਰਸ਼ਨ ਹੁੰਦੇ ਨੇ ਭਗਤਾਂ ਨੂੰ। ਚਲਤ ਲਲਿਤ ਗਤ ਭਾਵਤ ਜੀ ਕੀ, ਜਦੋਂ ਭਗਵਾਨ ਜੀ ਚੱਲਦੇ ਹਨ ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕਹਿਰੀ ਵੇਖੋ ਮਾਰਗ ਚੱਲਣਾ ਰੱਬ ਦੇ ਪਿਆਰਿਆਂ ਦੀ ਜਿਹੜੀ ਚਾਲ ਹੈ ਤਾਂ ਦੁਨੀਆ ਦੇ ਨਾਲੋਂ ਵੱਖਰੀ ਹੋਇਆ ਕਰਦੀ ਹੈ ਨਾ। ਹੁਣ ਭਗਵਾਨ ਦੀ ਚਾਲ ਉਹਦੇ ਬਾਰੇ ਤਾਂ ਕੋਈ ਜ਼ੁਬਾਨ ਦੇ ਨਾਲ ਦੱਸਿਆ ਨਹੀਂ ਜਾ ਸਕਦਾ। ਪ੍ਰਿਥੁਲ ਨਿਤੰਬ ਪੀਤ ਕਟ ਧੋਤੀ, ਇਸੇ ਤਰ੍ਹਾਂ ਲੱਕ ਦੇ ਨਾਲ ਬੜੀ ਸੋਹਣੀ ਪੀਲੇ ਵਸਤਰ ਦੀ ਧੋਤੀ ਧਾਰਨ ਕੀਤੀ ਹੋਈ ਹੈ। ਛੁਦਰ ਘੰਟਕਾ ਮਣਿਮੈ ਜੋਤੀ, ਪੀਤ ਪਤੰਬਰ ਤਰ ਪਵਨ ਥਣੀ, ਸਰਗੁਣ ਵਾਹਿਗੁਰੂ ਦੇ ਸਰੂਪ ਦਾ ਭਾਈ ਸਾਹਿਬ ਜੀ ਨੇ ਨਕਸ਼ਾ ਬਣਿਆ। ਪੀਤ ਪਤੰਬਰ ਤਰ ਪਵਨ ਥਣੀ, ਜਿਹੜਾ ਤਿੰਨੇ ਲੋਕਾਂ ਦਾ ਮਾਲਕ ਵਿਸ਼ਨੂੰ ਭਗਵਾਨ ਉਹਨੇ ਵੀ ਆਪਣੇ ਲੱਕ ਦੇ ਆਲੇ ਦੁਆਲੇ ਵਾਲੇ ਪੀਲੇ ਰੰਗ ਦੇ ਵਸਤਰ ਬੰਨੇ ਹੋਏ ਹਨ। ਉਦਰ ਰੇਖ ਤ੍ਰੈ ਨਾਭ ਗੰਭੀਰਾ, ਆ ਜਿਹੜੀ ਨਾਭੀ ਇਹ ਤਾਂ ਹੈਗੀ ਬੜੀ ਡੂੰਘੀ ਔਰ ਪੇੜ ਦੇ ਉੱਪਰ ਬਹੁਤ ਵੱਡੇ ਵੱਡੇ ਜਿਹੜੇ ਤਿੰਨ ਬਲ ਭਗਵਾਨ ਜੀ ਦੇ ਪਏ ਹੋਏ ਸਾਹਮਣੇ ਭਗਤਾਂ ਨੂੰ
ਦਰਸ਼ਨ ਹੁੰਦੇ ਹਨ। ਮਨਹੁ ਭ੍ਰਮਰੀ ਜਮੁਨਾ ਨੀਰਾ। ਇਹੋ ਲੱਗਦਾ ਸੀ ਵੀ ਜਿਵੇਂ ਜਮਨਾ ਦੇ ਵਿੱਚ ਵੱਡੀਆਂ ਵੱਡੀਆਂ ਜਿਵੇਂ ਘੁੰਮਣ ਕੈਰੀਆਂ ਪੈਂਦੀਆਂ ਹੁੰਦੀਆਂ ਨੇ, ਡੂੰਘਾ ਪਾਣੀ ਜਿੱਥੇ ਹੋਵੇ, ਇਸੇ ਤਰ੍ਹਾਂ ਵੱਡੇ ਵੱਡੇ ਜਿਹੜੇ ਆ ਤਿੰਨ ਵਲ ਭਗਵਾਨ ਦੀ ਜੋ ਹੈ ਇਹ ਪੇਟ ਆ, ਉਹਦੇ ਉੱਪਰ ਪੈ ਰਹੇ ਹਨ। ਕਿਦੋਂ ਕਾਮ ਕੋ ਕੂਪ ਸੁਹਾਵਾ। ਜਾਂ ਇਉਂ ਲੱਗਦਾ ਸੀ ਵੀ ਜਿਵੇਂ ਕਾਮ ਦੇਵ ਦੇ ਵੱਡੇ ਵੱਡੇ ਖੂਹ ਬਣੇ ਹੋਏ ਹਨ। ਵਖ ਸਥਲ ਆਯੁਤ ਛਬ ਪਾਵਾ। ਆ ਜਿਹੜੀ ਛਾਤੀ ਹੈ ਇਹ ਹੈ ਬੜੀ ਚੌੜੀ ਸੁੰਦਰ ਔਰ ਵੱਡੀਆਂ ਵੱਡੀਆਂ ਬੱਖੀਆਂ ਸਰੀਰ ਦੇ ਉੱਪਰ ਸਾਹਮਣੇ ਨਜ਼ਰ ਆ ਰਹੀਆਂ ਹਨ। ਹਾਥੀ ਹਾਥ ਸਰਬ ਭੁਜ ਦੰਡਾ। ਜਿਹੜੀਆਂ ਭੁਜਾਂ ਨੇ ਭਗਵਾਨ ਦੀਆਂ ਉਹ ਕੈਸੀਆਂ ਨੇ, ਆ ਜਿਵੇਂ ਹਾਥੀ ਦੇ ਕਿਤਨੇ ਵੱਡੇ ਵੱਡੇ ਸੁੰਡ ਹੋਇਆ ਕਰਦੇ ਹਨ। ਦੁਸ਼ਟਨ ਖੰਡਨ ਕੋ ਬਰ ਬੰਡਾ। ਕੈਸੇ ਨੇ ਦੁਸ਼ਟਨ ਖੰਡਨ, ਇਹ ਜਿਹੜੀਆਂ ਲੰਮੀਆਂ ਲੰਮੀਆਂ ਭੁਜਾਂ ਭਗਵਾਨ ਦੀਆਂ, ਜਿਹੜੇ ਦੁਸ਼ਟ ਜ਼ਾਲਮ ਪਾਪੀ ਬੜੇ ਬੜੇ ਦੈਤ ਰਾਕਸ਼ ਦੇਵਤਿਆਂ ਨੂੰ ਤੰਗ ਕਰਨ ਵਾਲੇ, ਉਹਨਾਂ ਦੇ ਟੁਕੜੇ ਟੁਕੜੇ ਕਰਨ ਵਾਲੀਆਂ ਨੇ। ਜਦੋਂ ਵੀ ਦੇਵਤਿਆਂ ਦੇ ਉੱਪਰ ਕਿਤੇ ਪੈ ਗਈ ਪੀੜਾ, ਫਿਰ ਉਹ ਵਿਸ਼ਨੂੰ ਭਗਵਾਨ ਜੀ ਦੇ ਅੱਗੇ ਜਾ ਕੇ ਆਪਣਾ ਦੁੱਖ, ਆਪਣੀ ਜਿਹੜੀ ਪੀੜਾ ਦੱਸਿਆ ਕਰਦੇ ਨੇ। ਭਗਵਾਨ ਆ ਜਿਹੜੇ ਦੈਤ ਰਾਕਸ਼, ਇਹਨਾਂ ਨੇ ਤਾਂ ਸਾਨੂੰ ਬੜਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਰ ਵਿਸ਼ਨੂੰ ਭਗਵਾਨ ਜੀ ਉਹਨਾਂ ਦੀ ਰੱਖਿਆ ਕਰਨ ਦੇ ਲਈ ਵੱਡਾ ਵੱਡੇ ਸੁਦਰਸ਼ਨ ਚੱਕਰ ਲੈ ਕਰਕੇ ਆਉਂਦੇ ਹਨ। ਅੰਗਦ ਕਟਕ ਮੁਦਰਿਕਾ ਜੇਈ। ਇਸੇ ਤਰ੍ਹਾਂ ਵੱਡੀਆਂ ਵੱਡੀਆਂ ਮੁੰਦਰਾਂ ਕੰਨਾਂ 'ਚ ਔਰ ਹੱਥਾਂ ਦੇ ਵਿੱਚ ਵੱਡੇ ਵੱਡੇ ਕਾਰ ਦੇ ਬੋਟੇ, ਇਸੇ ਤਰ੍ਹਾਂ ਕੜੇ ਵਗੈਰਾ ਭਗਵਾਨ ਨੇ ਧਾਰਨ ਕੀਤੇ ਹੋਏ ਹਨ। ਪਹਿਰੇ ਪੇਖਤ ਮਨ ਹਰ ਲਈ। ਇਹਨਾਂ ਸਾਰੇ ਗਹਿਣਿਆਂ ਨੂੰ ਦੇਖਣ ਸਾਰ ਭਗਤਾਂ ਦੇ ਜਿਹੜੇ ਮਨ ਉਸੇ ਵਕਤ ਹੀ ਮੋਹੇ ਜਾਂਦੇ ਹਨ। ਹੁਣ ਜਿਸ ਪ੍ਰਕਾਰ ਕਵੀ ਜੀ ਨੇ ਇੱਕ ਸਮਝਾਉਣ ਦੇ ਲਈ ਉਸ ਬੈਕੁੰਠ ਧਾਮ ਦਾ ਜਿਹੜਾ ਸੀਨ ਇਹ ਲਫ਼ਜ਼ਾਂ ਦੇ ਵਿੱਚ ਬੰਨਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰੂ ਸਿੱਖਾਂ ਤਾਈ ਨਿਹਾਲ ਕਰ ਰਹੇ ਨੇ। ਅੰਗਦ ਕਟਕ ਮੁਦਰਿਕਾ ਜੇਈ। ਪਹਿਰੇ ਪੇਖਤ ਮਨ ਹਰ ਲਈ। ਅੰਗਦ ਕਟਕ ਮੁਦਰਿਕਾ ਜੇਈ। ਪਹਿਰੇ ਪੇਖਤ ਮਨ ਹਰ ਲਈ। हे ज्योत हे पार ब्रह्म अविनाशी अग